अस्सलाम वालेकुम वरहमतुल्लाहि वबरकातुहू। ਅੱਜ 22 ਮਈ 2026 ਤੇ ਸਾਡੀ ਪਾਕਿਸਤਾਨ ਦੇ ਵਿੱਚ ਪੰਜਾਬੀ ਜ਼ਬਾਨ ਜਿਹੜੀ ਬੜੀ ਪਸੰਦ ਕੀਤੀ ਜਾਂਦੀ ਹੈ ਤੇ ਮੈਨੂੰ ਖਿਆਲ ਆਇਆ ਕਿ ਅੱਜ ਦਾ ਵੀਲਾਗ ਜਿਹੜਾ ਉਹ ਪੰਜਾਬੀ ਦੇ ਵਿੱਚ ਰੱਖਿਆ ਜਾਏ। ਸੀ ਜਦੋਂ ਦੀਆਂ ਅੱਖਾਂ ਖੋਲੀਆਂ ਹਮੇਸ਼ਾ ਇਹੀ ਸਬਕ ਸੁਣਿਆ ਕਿ ਅੱਲਾਹ ਤਾਲਾ ਨੇ ਇਸ ਦੁਨੀਆ ਦੇ ਵਿੱਚ ਮੁਖਤਲਿਫ ਵਕਤਾਂ ਦੇ ਵਿੱਚ ਆਪਣੇ ਨਬੀ ਭੇਜੇ ਤੇ ਫਿਰ ਨਬੀਆਂ ਦੇ ਬਾਅਦ ਖਲੀਫੇ ਵੀ ਆਏ, ਫਿਰ ਔਲੀਆ ਵੀ ਆਏ ਤੇ ਹਰ ਸਦੀ ਦੇ ਸਿਰ ਤੇ ਇੱਕ ਮੁਜੱਦਦ ਵੀ ਆਏ। ਇਹਨਾਂ ਸਾਰਿਆਂ ਨੂੰ ਭੇਜਣ ਦਾ ਜਿਹੜਾ ਮਕਸਦ ਸੀ ਅੱਲਾਹ ਤਾਲਾ ਦਾ ਉਹ ਇਹੀ ਸੀ ਕਿ ਜਿਹੜੇ ਲੋਕ ਰਾਹੇ ਰਾਸਤੇ ਤੋਂ ਭਟਕ ਜਾਂਦੇ ਨੇ ਉਹਨਾਂ ਨੂੰ ਸਿੱਧੇ ਰਸਤਾ ਤੇ ਲਾਇਆ ਜਾਏ ਜਾਂ ਉਹਨਾਂ ਨੂੰ ਸਿੱਧਾ ਰਸਤਾ ਵਿਖਾਇਆ ਜਾਏ। ਚੰਗੀਆਂ ਗੱਲਾਂ ਤੇ ਚੰਗੇ ਅਮਲ ਦਾ ਜਿਹੜਾ ਸਬਕ ਹੈ ਉਹਨਾਂ ਨੇ ਪੜ੍ਹਾਇਆ। ਫਿਰ ਨਬੀ ਕਰੀਮ ਸੱਲੱਲਾਹੁ अलैहि वसल्लम रहमतुल आलमीन ਬਣ ਕੇ ਦੁਨੀਆ 'ਚ ਆਏ ਤੇ ਉਹਨਾਂ ਨੇ ਆਪਣੀ ਉਮਤ ਨੂੰ ਆਪਣੇ ਨਮੂਨੇ ਤੇ ਅਖਲਾਕ ਦੇ ਨਾਲ ਇੱਕ ਅਜ਼ੀਮ ਉਮਤ ਬਣਾ ਦਿੱਤਾ ਔਰ ਫਿਰ ਮੁਸਲਮਾਨਾਂ ਪੂਰੀ ਦੁਨੀਆ ਦੇ ਉੱਤੇ ਆਪਣਾ ਇੱਕ ਸਿੱਕਾ ਜਮਾ ਲਿਆ ਆਪਣੇ ਅੱਛੇ ਅਖਲਾਕ ਦੇ ਨਾਲ, ਆਪਣੇ ਅੱਛਾ ਕੰਮਾਂ ਨਾਲ, ਤਰੱਕੀ ਨਾਲ। ਪਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਅੱਲਾਹ ਤਾਲਾ ਨੇ ਜਦੋਂ ਖਬਰ ਦਿੱਤੀ ਕਿ ਤੁਹਾਡੀ ਉਮਤ ਦੇ ਵਿੱਚ ਇੱਕ ਵਕਤ ਐਸਾ ਆ ਜਾਣਾ ਕਿ ਜਿਹੜੀ ਉਮਤ ਹੈ ਇਹਦੇ ਜਿਹੜੇ ਲੀਡਰ ਹੋਣਗੇ ਮਜ਼ਹਬੀ ਉਹ ਅਸਮਾਨ ਦੇ ਥੱਲੇ ਸਭ ਤੋਂ ਭੈੜੀ ਮਖਲੂਕ ਬਣ ਜਾਣਗੇ। ਭੈੜੀ ਮਖਲੂਕ ਦਾ ਜਦੋਂ ਅਸੀਂ ਜ਼ਿਕਰ ਕਰਨੇ ਹਾਂ ਤੇ ਇੱਕ ਚੀਜ਼ ਸਮਝ ਆਉਂਦੀ ਹੈ ਕਿ ਇਹ ਜਿਹੜੇ ਜਾਨਵਰ ਨੇ, ਸੂਅਰ ਹੋ ਗਏ, ਬੰਦਰ ਹੋ ਗਏ, ਅਮੂਮਨ ਇਹਨਾਂ ਨੂੰ ਇਨਸਾਨ ਜਿਹੜੇ ਨੇ ਭੈੜੀ ਮਿਸਾਲ ਦੇ ਵਿੱਚ ਲੈਂਦੇ ਨੇ ਤੇ ਹਦੀਸ ਦੇ ਵਿੱਚ ਵੀ ਇਹ ਜ਼ਿਕਰ ਮਿਲਿਆ ਕਿ ਜਿਹੜੇ ਮੁਸਲਮਾਨ ਨੇ ਜਦੋਂ ਮਸਜਿਦਾਂ ਦਾ ਰੁਖ ਕਰਨਗੇ ਆਪਣੇ ਮਜ਼ਹਬੀ ਲੀਡਰਾਂ ਕੋਲੋਂ ਜਾਂ ਉਲਮਾ ਕੋਲੋਂ ਕੋਈ ਮਸ਼ਵਰਾ ਲੈਣ ਵਾਸਤੇ ਦੀਨ ਦਾ ਮਤਲਬ ਤੇ ਉੱਥੇ ਵੇਖਣਗੇ ਕਿ ਮੈਂਬਰਾਂ ਦੇ ਉੱਤੇ ਸੂਅਰ ਬੈਠੇ ਨੇ, ਬੰਦਰ ਬੈਠੇ ਨੇ। ਇਹ ਇੱਕ ਗੱਲ ਇਸ਼ਾਰਤਨ ਸੀ ਜਿਹਦਾ ਮਤਲਬ ਹਰਗਿਜ਼ ਇਹ ਨਹੀਂ ਕਿ ਜਿਹੜੇ ਉਲਮਾ ਨੇ ਉਹ ਸੂਅਰ ਹੀ ਹੋਣਗੇ ਜਾਂ ਬੰਦਰ ਹੋਣਗੇ। ਕੁਰਾਨ ਮਜੀਦ ਦੇ ਵਿੱਚ ਵੀ ਤੇ ਹਦੀਸਾਂ ਦੇ ਵਿੱਚ ਵੀ ਤੇ ਹੋਰ ਕਈਆਂ ਜਗ੍ਹਾ ਤੇ ਇਸਤਾਰਾ ਦੇ ਤੌਰ ਤੇ, ਮਿਸਾਲ ਦੇ ਤੌਰ ਤੇ ਬਾਜ਼ ਗੱਲਾਂ ਹੁੰਦੀਆਂ ਨੇ ਜਿਹਨੂੰ ਸਮਝਣਾ ਪੈਂਦਾ। ਤੁਹਾਨੂੰ ਪਤਾ ਸੂਅਰ ਜਿਹੜੇ ਨੇ ਉਹ ਫਸਲਾਂ ਉਜਾੜਦੇ ਨੇ ਤੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਤੇ ਜਿਹੜੇ ਬਾਂਦਰ ਨੇ ਉਹ ਨਕਾਲੀ ਕਰਦੇ ਨੇ। ਔਰ ਇਹ ਖੂਬੀਆਂ ਜਿਹੜੀਆਂ ਨੇ ਇਹ ਅੱਜ ਅਸੀਂ ਆਪਣੇ ਕੌਮ ਦੇ ਜਿਹੜੇ ਇਸਲਾਮ ਸਿਖਾਉਣ ਵਾਲੇ ਨੇ ਉਹਨਾਂ 'ਚ ਦੇਖ ਰਹੇ ਹਾਂ। ਨਬੀਆਂ ਦਾ ਕੰਮ ਹਮੇਸ਼ਾ ਅੱਛੇ ਕੰਮ ਵਾਲੇ ਪਾਸੇ ਲੈ ਕੇ ਜਾਣਾ, ਨੇਕੀ ਦਾ ਦਰਸ ਦੇਣਾ ਤੇ ਜਿਹੜਾ ਸ਼ੈਤਾਨ ਹੁੰਦਾ ਹੈ ਉਹਦਾ ਕੰਮ ਹਮੇਸ਼ਾ ਨੇਕੀ ਤੋਂ ਭਜਾਣਾ, ਦੂਰ ਲੈ ਕੇ ਜਾਣਾ। ਪਾਕਿਸਤਾਨ ਦੇ ਵਿੱਚ ਤੁਸੀਂ ਹੁਣ ਅਗਰ ਦੇਖੋ ਤੇ ਇਸ ਟਾਈਮ ਬੜੀ ਸ਼ਿੱਦਤ ਦੇ ਨਾਲ ਇੱਕ ਐਸਾ ਉਨਸਰ ਜਾਂ ਐਸੇ ਲੋਕਾਂ ਦੀ ਜਮਾਤ ਕਹਿ ਲਓ ਜਿੱਥੇ ਪੈਦਾ ਹੋ ਗਏ ਨੇ ਜਿਹੜੇ ਅੱਲਾਹ ਤੇ ਅੱਲਾਹ ਦੇ ਨਬੀਆਂ ਦੇ ਜਿਹੜੇ ਅਹਿਕਾਮਾਤ ਨੇ ਉਹਨਾਂ 'ਤੇ ਅਮਲ ਕਰਨ ਵਾਲਿਆਂ ਲੋਕਾਂ ਨੂੰ ਰੋਕਦੇ ਨੇ। ਭਾਈ ਕੀ ਕਹਿੰਦੇ ਨੇ, ਤਾਕਤ ਦੇ ਨਾਲ ਵੀ ਤੇ ਕਾਨੂੰਨ ਦੇ ਤੇ ਆਇਨ ਦੇ ਹਵਾਲੇ ਦੇ ਕੇ ਵੀ ਰੋਕਦੇ ਨੇ। ਉਹ ਕਹਿੰਦੇ ਨੇ ਜੀ ਵੇਖੋ ਜੀ ਆਇਨ ਦੇ ਵਿੱਚ ਲਿਖਿਆ ਤੇ ਅਮਲ ਕਿਉਂ ਕਰਦੇ, ਕਿਉਂ ਨਮਾਜ਼ ਪੜ੍ਹਦੇ ਨੇ, ਕਿਉਂ ਕੁਰਾਨ ਪੜ੍ਹਦੇ ਨੇ, ਕਿਉਂ ਲੋਕਾਂ ਨੂੰ ਸਲਾਮ ਕਹਿੰਦੇ ਨੇ, ਕਿਉਂ ਆਪਣੇ ਮੁਰਦਿਆਂ ਨੂੰ ਦਫਨ ਕਰਦੇ ਨੇ, ਕਿਉਂ ਸਾਡੇ ਬੱਚਿਆਂ ਨੂੰ ਜਾ ਕੇ ਤੇ ਉੱਥੇ ਸਕੂਲਾਂ ਦੇ ਵਿੱਚ ਸਬਕ ਪੜ੍ਹਾਉਂਦੇ ਨੇ, ਕਿਉਂ ਮੁਲਕ ਵਾਸਤੇ ਚੰਗੇ ਕੰਮ ਕਰਦੇ ਨੇ, ਸਾਡੇ ਬੱਚਿਆਂ ਦੀ ਖਿਦਮਤ ਕਰਦੇ ਨੇ ਜਾਂ ਸਾਡੀਆਂ ਸਰਹੱਦਾਂ 'ਤੇ ਸਾਡੇ ਬੱਚਿਆਂ ਤੇ ਫੈਮਲੀਆਂ ਦਾ ਜੋ ਹਿਫਾਜ਼ਤ ਦਾ ਜ਼ਿੰਮਾ ਕਿਉਂ ਲੈਂਦੇ ਨੇ। ਅਤੇ ਜੇ ਕਿਸੇ ਨੇ ਖਿਦਮਤ ਕਰਕੇ ਕਿਸੇ ਲੀਡਰ ਨੂੰ ਖਿਆਲ ਆਇਆ ਕਿ ਇਹਨਾਂ ਨੂੰ ਵੀ ਕੋਈ ਇਜਾਜ਼ ਦੇ ਦਿੱਤਾ ਜਾਏ ਤਾਂ ਉਹਦੇ 'ਤੇ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ। ਜਿਹੜਾ ਕੰਮ ਨੇਕੀ ਦਾ ਜਿੱਥੇ ਵੀ ਨਜ਼ਰ ਆਉਂਦਾ ਉਹਨਾਂ ਨੂੰ ਉੱਥੇ ਉਹ ਡੱਕਾ ਲਾਉਣ ਦੀ ਕੋਸ਼ਿਸ਼ ਕਰਦੇ ਨੇ, ਹੱਤਾਂ ਕਿ ਜਾਨ ਤੋਂ ਵੀ ਮਾਰ ਦਿੰਦੇ ਨੇ। ਇਹ ਸਾਰੇ ਕੰਮ ਤੁਸੀਂ ਪਾਕਿਸਤਾਨ 'ਚ ਦੇਖ ਰਹੇ ਹੋ। ਹੁਣ ਆਈ ਹੈ ਈਦ
ਈਦ ਉਲ ਅਜ਼ਹਾ ਦੇ ਮੌਕੇ 'ਤੇ ਵੱਡੀ ਈਦ ਇਹਨੂੰ ਅਸੀਂ ਕਹਿੰਦੇ ਹਾਂ, ਇਹਦੇ ਉੱਤੇ ਮੁਸਲਮਾਨ ਜਿਹੜੇ ਨੇ ਉਹ ਸੁਨਨਤ ਇਬਰਾਹੀਮ ਦੇ ਅਮਲ ਕਰਦਿਆਂ ਹੋਇਆਂ ਉਹ ਕੁਰਬਾਨੀ ਕਰਦੇ ਨੇ ਅੱਲਾ ਦੀ ਰਾਹ 'ਚ, ਔਰ ਫਿਰ ਗਰੀਬਾਂ ਨੂੰ ਗੋਸ਼ਤ ਤਕਸੀਮ ਕਰਦੇ ਨੇ। ਅਤੇ ਉੱਥੇ ਪਾਕਿਸਤਾਨ ਦੇ ਵਿੱਚ ਪਿਛਲੇ ਕਈਆਂ ਸਾਲਾਂ ਤੋਂ ਉਹ ਲੋਕ ਜਿਨ੍ਹਾਂ ਨੂੰ ਨਬੀ ਕਰੀਮ ਸੱਲਮ ਨੇ 1500 ਸਾਲ ਪਹਿਲੇ ਹੀ ਇਹ ਦੱਸਿਆ ਕਿ ਅਸਮਾਨ ਥੱਲੇ ਬਦਤਰੀਨ ਮਖਲੂਕ ਹੋਏਗੀ, ਉਹਨਾਂ ਨੇ ਇਹ ਕੰਮ ਚੁੱਕ ਦਿੱਤਾ। ਅਹਿਮਦੀਆਂ ਨੂੰ ਡੱਕੇ ਲਾਉਣ ਰਹੇ ਨੇ, ਉਹਨਾਂ ਨੂੰ ਧਮਕੀਆਂ ਲਾ ਰਹੇ ਨੇ, ਉਹਨਾਂ ਦੇ ਖਿਲਾਫ ਪ੍ਰੋਪੇਗੈਂਡਾ ਕਰ ਰਹੇ ਨੇ ਸੋਸ਼ਲ ਮੀਡੀਆ 'ਤੇ ਕਿ ਵੀ ਤੁਸੀਂ ਖਬਰਦਾਰ ਜੇ ਕੋਈ ਨੇਕੀ ਦਾ ਕੰਮ ਕੀਤਾ, ਅੱਛਾਈ ਦਾ ਕੰਮ ਕੀਤਾ ਅਤੇ ਅਸੀਂ ਤੁਹਾਡਾ ਸਤਿਆਨਾਸ਼ ਫੇਰ ਦੇਂਗੇ। ਇਹ ਜਿਹੜੇ ਕੰਮ ਨੇ ਭੈੜੇ, ਚੋਰੀ, ਡਾਕੇ, ਜ਼ਨਾ, ਬੱਚਿਆਂ ਨਾਲ ਜ਼ਿਆਦਤੀ, ਫਿਰ ਲੂਟ ਮਾਰ, ਇਹ ਕਰੋ, ਰੱਜ ਕੇ ਕਰੋ। ਲੇਕਿਨ ਇਹ ਨਮਾਜ਼ ਅਤੇ ਰੋਜ਼ਾ ਅਤੇ ਹੱਜ ਅਤੇ ਕੁਰਾਨ ਅਤੇ ਇਸਲਾਮ ਕਰਨਾ ਅਤੇ ਚੰਗੀਆਂ ਗੱਲਾਂ ਨਾ, ਇਹ ਨਹੀਂ ਕਰਨੀਆਂ। ਅਤੇ ਜੇ ਕੀਤੀਆਂ ਤਾਂ ਫਿਰ ਸਾਡੀ ਦਿਲ ਆਜ਼ਾਰੀ ਹੋਏਗੀ, ਫਿਰ ਅਸੀਂ ਤੁਹਾਨੂੰ ਆਇੰਦੇ ਹਵਾਲੇ ਦੇ ਕੇ ਜਾਂ ਤਾਂ ਖੁਦ ਫੜਾਂਗੇ ਅਤੇ ਜਾਂ ਫਿਰ ਤੁਹਾਨੂੰ ਪੁਲਿਸ ਦੇ ਹਵਾਲੇ ਕਰਾਂਗੇ। ਇਹ ਉੱਥੇ ਸਿਸਟਮ ਚੱਲ ਰਿਹਾ। ਬਹਰਹਾਲ ਹੁਣ ਇਹਦੇ ਤੋਂ ਮਜਬੂਰ ਹੋ ਕੇ ਕਈ ਅਹਿਮਦੀ ਵਿਚਾਰੇ ਜਿਹੜੇ ਹਰ ਸਾਲ ਕੁਰਬਾਨੀ ਕਰਦੇ ਸਨ, ਉਹ ਤੰਗ ਨੇ। ਉਹਨਾਂ ਵਾਸਤੇ ਇੱਕ ਤਾਂ ਮੈਂ ਇੱਥੇ ਤੁਹਾਨੂੰ ਛੋਟਾ ਜਿਹਾ ਇੱਕ ਵੀਡੀਓ ਕਲਿੱਪ ਸੁਣਾ ਦਿੰਦਾ, ਜਿਹਦੇ 'ਚੋਂ ਸਾਬਤ ਹੋ ਰਿਹਾ ਕਿ ਕੁਰਬਾਨੀ ਕਿੰਨੀ ਅਹਿਮ ਹੈ, ਅਤੇ ਨਾਲ ਮੈਂ ਤੁਹਾਨੂੰ ਇੱਕ ਦੋ ਸਟਿੱਕਰ ਲਾ ਦਿੰਦਾ ਜਿਹਦੇ ਤੋਂ ਤੁਸੀਂ ਦੁਨੀਆ 'ਚ ਕਿਧਰੇ ਵੀ ਬੈਠੇ ਹੋ, ਤੁਹਾਡਾ ਮੁਸ਼ਕਿਲ ਹੈ ਕੁਰਬਾਨੀ ਕਰਨਾ, ਤੁਹਾਡੇ ਵਾਸਤੇ ਆਸਾਨ ਨਹੀਂ ਹੈ, ਅਤੇ ਤੁਸੀਂ ਇਹਦੇ ਜ਼ਰੀਏ ਅਫਰੀਕਾ ਦੇ ਵਿੱਚ ਗਰੀਬਾਂ ਦੇ ਵਾਸਤੇ ਚੰਦ ਦਿਨ ਦੀ ਖੁਸ਼ੀ ਦਾ ਬਾਇਸ ਬਣ ਸਕਦੇ ਹੋ। ਇਹ ਸਟਿੱਕਰ ਤੁਹਾਡੇ ਕੋਲ ਨਾਲ ਚੱਲਣਗੇ। ਪਹਿਲੇ ਅਸੀਂ ਉਹ 2-3 ਮਿੰਟ ਦੀ ਵੀਡੀਓ ਜਾਂ ਉਹ ਕਲਿੱਪ ਸੁਣੀਏ ਜਿਹਦੇ ਵਿੱਚ ਮੌਲਾਨਾ ਮੁਬਸ਼ਰ ਅਹਿਮਦ ਕਾਲੂ ਸਾਹਿਬ ਜਿਹੜੇ ਨੇ ਉਹ ਕੁਰਬਾਨੀ ਦੀ ਅਹਿਮੀਅਤ ਦੇ ਮੁਤਲਕ ਗੱਲ ਕਰ ਰਹੇ ਨੇ, ਅਤੇ ਨਾਲ ਫਿਰ ਉਹ ਸਟਿੱਕਰ ਦੇਖਦੇ ਹਾਂ ਜਿਹਦੇ 'ਤੇ ਜਾ ਕੇ ਤੁਸੀਂ ਆਰਾਮ ਦੇ ਨਾਲ ਕਿੱਥੇ ਵੀ ਬੈਠੇ ਹੋ ਕੁਰਬਾਨੀ ਕਰ ਸਕਦੇ ਹੋ। ਅੱਲਾ ਜਿਹੜਾ ਉਹ ਦਿਲਾਂ ਦੇ ਹਾਲ ਜਾਣਦਾ। ਅੱਲਾਹ ਤਾਲਾ ਨੂੰ ਇਹ ਬਜ਼ਾਹਿਰ ਗੋਸ਼ਤ ਜ਼ਬਾ ਕਰਕੇ, ਦਿਖਾਵਾ ਕਰਕੇ ਨਹੀਂ ਪਹੁੰਚਣਾ, ਨਾ ਕਬੂਲ ਹੋਣਾ ਹੈ। ਜਿਵੇਂ ਇੱਕ ਬਜ਼ੁਰਗ ਦਾ ਉਹ ਇੱਕ ਮੋਚੀ ਦਾ ਹਜ ਕਬੂਲ ਹੋ ਗਿਆ ਸੀ ਬਗੈਰ ਗਇਓ, ਅਤੇ ਇਸੇ ਤਰ੍ਹਾਂ ਹੀ ਅਹਿਮਦੀਆਂ ਦੀਆਂ ਕੁਰਬਾਨੀਆਂ ਵੀ ਅੱਲਾਹ ਤਾਲਾ ਨੀਤਾਂ ਵੇਖ ਕੇ ਕਬੂਲ ਕਰੇਗਾ। ਅਤੇ ਜਿਨ੍ਹਾਂ ਕੋਲ ਇੰਨਾ ਹੈ ਵੇਖ ਕੇ ਕਰ ਸਕਣ, ਉਹ ਮਿਊਨਿਟੀ ਫਰਸਟ ਦੇ ਜ਼ਰੀਏ ਆਪਣਾ ਜਮ੍ਹਾਂ ਕਰਾਉਣ ਅਤੇ ਉਹਨਾਂ ਦੀ ਕੁਰਬਾਨੀ ਜਿਹੜੀ ਆ ਉਹ ਅਫਰੀਕਾ ਦੇ ਵਿੱਚ ਹੋ ਜਾਏਗੀ। ਅਤੇ ਇਹ ਤੁਸੀਂ ਵੀਡੀਓ ਵੇਖੋ। ਹੁਣ कुर्बानी का हुक्म ऐसा है कि जो हर हाजी के लिए भी जरूरी नहीं है, सिवाय ऐसे हाजी के जिसने हज यानी हज तमत्तो किया हो। तो बाज़ शराइत के साथ हाजियों के लिए कुर्बानी ज़बह करना जरूरी है, वरना नहीं। लेकिन जो गैर हाजी हैं, अपने अपने रिहाइश गाहों में रहते हैं, हज के लिए वो नहीं गए, उनके बारे में हजरत रसूल पाक सल्लल्लाहु अलैहि वसल्लम का अपना नमूना और अफराद उम्मत को जो हिदायत हैं वो ये हैं कि सहाबा बयान करते हैं कि रसूल पाक सल्लल्लाहु अलैहि वसल्लम जब हिजरत करके मदीना तशरीफ लाए तो हर साल ईद उल अजहा के मौके पे कुर्बानी किया करते थे। हालांकि हिजरत के बाद रसूल पाक सल्लल्लाहु अलैहि वसल्लम ने सिर्फ एक ही बार हज किया, बाकी 9 साल मदीना में रहे और ईद के मौके पे कुर्बानियां किया करते थे। बल्कि उम्मत को ये जो मैंने हदीस सुनाई है, ये तिरमिज़ी में है। इब्ने माजा की हदीस में लिखा है कि हजरत रसूल पाक सल्लल्लाहु अलैहि वसल्लम ने फरमाया, जो शख्स तौफीक के बावजूद कुर्बानी ना करे वो हमारी ईदगाह के करीब ना आए। इब्ने माजा में एक और हदीस है, हजरत रसूल पाक सल्लल्लाहु अलैहि वसल्लम ने नसीहत करते हुए फरमाया, ऐ लोगों, हर घर को हर साल कुर्बानी करनी चाहिए। कौन सा हर घर? जो
पहली हदीस में आया कि जो साहिब तौफीक हो। बुखारी शरीफ में हदीस है, हजरत उकबा बिन आमिर रज़ी अल्लाह अन्हु बयान करते हैं कि रसूल पाक सल्लल्लाहु अलैहि वसल्लम ने मुझे कुछ बकरियां दी कि मैं इनको सहाबा में तकसीम कर दूं ताकि वो कुर्बानियां कर सकें। एक साला बकरी बच गई तो आपने मुझे फरमाया कि इसे अपनी तरफ से कुर्बान कर दो। इब्ने माजा में एक और हदीस है, हजरत अबू हुरैरा रज़ी अल्लाह अन्हु बयान करते हैं कि रसूल पाक सल्लल्लाहु अलैहि वसल्लम जब कुर्बानी करना चाहते तो आप दो ऐसे मेंढे खरीदते थे जो मोटे होते थे, सींगों वाले और खसी होते थे। उनमें से एक आप अपनी उम्मत की तरफ से ज़बह करते थे और दूसरा अपने और अपने अहले खाना की तरफ। तो अहादीस में बड़ी कसरत के साथ इस बात का तज़किरा मिलता है कि रसूल पाक सल्लल्लाहु अलैहि वसल्लम हर साल क़याम मदीना में हर साल ईद उल अज़हा के मौके पर कुर्बानियां किया करते थे। ये ज़ाहिरी कुर्बानियाँ भी सुन्नत हैं, हज़रत सल्लल्लाहु अलैहि वसल्लम ये किया करते थे। इब्राहिमी सुन्नत को इस्लाम ने ख़ास तौर पर जारी किया है और हज़रत सल्लल्लाहु अलैहि वसल्लम ने हमेशा ये कुर्बानी की, बल्कि उम्मत के गरीब लोगों की तरफ से भी ये कुर्बानी आप सल्लल्लाहु अलैहि वसल्लम किया करते थे। यहाँ तो आप लोगों को अंदाज़ा नहीं है, लेकिन जब गरीब मुल्कों में कुर्बानी का गोश्त दिया जाता है तो उनकी खुशी दीद नहीं होती। वहाँ बेशुमार लोग ऐसे हैं जिनको शायद 2 साल बाद भी गोश्त खाने को नहीं मिलता और इसका वो इजहार भी करते हैं। बस ये ज़ाहिरी कुर्बानी भी हुकूकुल इबाद की अदायगी का एक ज़रिया है और इससे भी खुदा ताला की मोहब्बत बढ़ती है, क्योंकि अल्लाह ताला की मखलूक की खिदमत अल्लाह ताला की मोहब्बत की खातिर इंसान कर रहा होता है।